Hello students, today I am going to discuss your poem How to Tell Wild Animals written by Caroline Wells. Before discussing the poem, let's discuss some of the basic points. The first point is, can you tell me some names of the wild animals? For example, tiger, lion, bear, hyena, etc. ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕੁਝ ਵਾਈਲਡ ਐਨੀਮਲਸ ਦਾ ਨਾਮ? ਜਿਵੇਂ ਕਿ ਟਾਈਗਰ ਹੈ, ਲਾਇਨ, ਬੀਅਰ ਜਾਂ ਹਾਈਨਾ ਹੈ, ਜਾਂ ਇਸ ਤੋਂ ਇਲਾਵਾ ਕੋਈ ਹੋਰ ਵੀ ਵਾਈਲਡ ਐਨੀਮਲ ਹੈ। ਵਟ ਵਿਲ ਦੋਜ਼ ਐਨੀਮਲਸ ਡੂ ਇਫ ਦੇ ਕੌਨਫਰੰਟ ਯੂ ਔਨ ਦਾ ਵੇ ਔਰ ਸਮਵੇਅਰ? ਤੁਸੀਂ ਕੀ ਕਰੋਗੇ ਅਗਰ ਤੁਹਾਡਾ ਸਾਹਮਣਾ ਕਿਸੇ ਜਗ੍ਹਾ 'ਤੇ ਇਹਨਾਂ ਵਾਈਲਡ ਐਨੀਮਲਸ ਨਾਲ ਹੋ ਜਾਏ ਤਾਂ? ਦੇ ਵਿਲ ਈਟ ਅਸ, ਡੈਫੀਨੇਟਲੀ ਦੇ ਵਿਲ ਈਟ ਅਸ, ਉਹ ਸਾਨੂੰ ਖਾ ਜਾਣਗੇ। ਲੈਟ ਸੀ ਅ ਹਿਊਮਰਸ ਪੋਇਮ ਅਬਾਊਟ ਸੱਚ ਵਾਈਲਡ ਐਨੀਮਲਸ। ਚਲੋ ਅਸੀਂ ਦੇਖਦੇ ਹਾਂ, ਇੱਕ ਹਿਊਮਰਸ ਪੋਇਮ ਹੈ ਵਾਈਲਡ ਐਨੀਮਲਸ ਬਾਰੇ, ਜਿਹੜੀ ਪੋਇਟੈਸ ਆ ਉਹ ਡਿਸਟਿੰਗੁਇਸ਼ ਕਰਦੀ ਹੈ ਇੱਕ ਫਨੀ ਤਰੀਕੇ ਦੇ ਨਾਲ ਕਿ ਅਗਰ ਸਾਡਾ ਸਾਹਮਣਾ ਕਿਸੇ ਵਾਈਲਡ ਐਨੀਮਲ ਨਾਲ ਹੋ ਜਾਵੇ ਤਾਂ ਅਸੀਂ ਕਿਵੇਂ ਡਿਸਟਿੰਗੁਇਸ਼ ਕਰਾਂਗੇ ਕਿ ਅਸੀਂ ਕਿਸ ਵਾਈਲਡ ਐਨੀਮਲ ਦੇ ਦੁਆਰਾ ਅਸੀਂ ਸ਼ਿਕਾਰ ਹੋਏ ਹਾਂ। ਸੋ ਲੈਟ ਸਟਾਰਟ ਵਿਦ ਦਾ ਪੋਇਮ। The poem is How to Tell Wild Animals, written by Caroline Wells. The very first stanza is, if every you should go by chance to jungles in the east, and if there should to you advance a large and a tiny beast, if he roars at you as you are dying, you will know it is the Asian lion. First stanza ਵਿੱਚ ਪੋਇਟਸ ਨੇ ਏਸ਼ੀਅਨ ਲਾਇਨ ਦੀ ਗੱਲ ਕੀਤੀ ਹੈ ਕਿ ਅਗਰ ਤੁਸੀਂ ਜੰਗਲਸ ਦੇ ਵਿੱਚ ਜਾਓਗੇ ਈਸਟ ਵੱਲ ਤੇ ਤੁਹਾਡਾ ਸਾਹਮਣਾ ਕਿਸੇ ਟਾਈਨੀ ਬੀਸਟ ਦੇ ਨਾਲ ਹੋ ਜਾਏ। ਲਾਰਜ ਐਂਡ ਟਾਈਨੀ ਬੀਸਟ, ਲਾਰਜ ਮੀਨਸ ਸਾਈਜ਼ 'ਚ ਵੱਡਾ, ਐਂਡ ਟਾਈਨੀ ਮੀਨਸ ਕਿ ਉਹਦਾ ਬਰਾਊਨਿਸ਼ ਜਾਂ ਕਲਰ ਆ, ਔਰੇਂਜ ਜਾਂ ਬਰਾਊਨਿਸ਼ ਕਲਰ। ਇਫ ਹੀ ਰੋਰਸ ਐਟ ਯੂ ਆਰ ਡਾਈਨ, ਅਗਰ ਤੁਸੀਂ ਮਰ ਰਹੇ ਹੋ, ਉਹ ਤੁਹਾਡੇ ਵੱਲ ਵੇਖ ਕੇ ਉਹ ਗਰਜ ਰਿਹਾ ਹੈ, ਤਾਂ ਤੁਸੀਂ ਸਮਝ ਲਓ ਕਿ ਤੁਸੀਂ ਜਿਹੜਾ ਇੱਕ ਏਸ਼ੀਅਨ ਲਾਇਨ ਦਾ ਤੁਸੀਂ ਸ਼ਿਕਾਰ ਹੋਏ ਹੋ, ਤੁਸੀਂ ਏਸ਼ੀਅਨ ਲਾਇਨ ਦਾ ਤੁਸੀਂ ਸਾਹਮਣਾ ਕੀਤਾ ਹੈ। ਇੱਕ ਹਿਊਮਰਸ ਪੋਇਮ ਆ, ਇੱਕ ਨੇ ਡਿਸਟਿੰਗੁਇਸ਼ ਕੀਤਾ ਵਾ ਕਿ ਬੜੇ ਫਨੀ ਤਰੀਕੇ ਨਾਲ ਕਿ ਅਗਰ ਸਾਡੇ 'ਤੇ ਕੋਈ ਵਾਈਲਡ ਐਨੀਮਲ ਅਟੈਕ ਕਰੇਗਾ ਤਾਂ ਅਸੀਂ ਉਹਨੂੰ ਕਿਵੇਂ ਪਹਿਚਾਨਾਂਗੇ, ਅਸੀਂ ਕਿਸ ਵਾਈਲਡ ਐਨੀਮਲ ਦੇ ਦੁਆਰਾ ਅਸੀਂ ਸ਼ਿਕਾਰ ਹੋਏ ਹਾਂ। ਸੋ ਅੰਡਰਸਟੈਂਡ ਦਾ ਰਾਈਮਿੰਗ ਆਫ ਦਾ ਪੋਇਮ। The very first line is, last word is by chance. The next word is east, then again advance. Chance matches with advance, and then east matches with beast. So the rhyming is A B A B. Then again you are dine and line. The last two words are matched, dine and line. So the rhyming is poem is A B, then C C. The last two lines matches with each other. So this is the rhyming of the poem A B, then C C. The next stanza is, or if sometime when roaming round a noble wild beast greets you with black stripes on a yellow ground, just notice if he eats you. This simple rule may help you learn the Bengal tiger to discern. ਹੁਣ ਨੈਕਸਟ ਸਟੈਂਜਾ 'ਚ ਪੋਇਟਸ ਗੱਲ ਕਰ ਰਹੀ ਹੈ, ਅਗਰ ਤੁਸੀਂ ਥੋੜ੍ਹਾ ਅੱਗੇ ਜਾਓਗੇ, ਰੋਮਿੰਗ ਹੀ ਹੁੰਦਾ, ਘੁੰਮਦੇ ਫਿਰਦੇ ਹੋਏ ਤੁਸੀਂ ਅੱਗੇ ਜਾਓਗੇ ਅਤੇ ਇੱਕ ਨੋਬਲ, ਇੱਕ ਵੱਖਰਾ ਜਿਹਾ ਕੁਛ ਵਾਈਲਡ ਬੀਸਟ ਅਗਰ ਤੁਹਾਡੇ ਸਾਹਮਣੇ ਆਵੇ, ਤੁਹਾਡਾ ਵੈਲਕਮ ਕਰੇ, ਤੁਹਾਡਾ ਗਰੀਟ ਕਰੇ ਵਿਦ ਬਲੈਕ ਸਟਾਈਪਸ, ਉਹਦੀ ਜਿਹੜੀ ਯੈਲੋ ਸਕਿਨ ਦੇ ਉੱਪਰ ਅਗਰ ਉਹਦੀਆਂ ਬਲੈਕ ਸਟਾਈਪਸ ਹੋਣ ਤਾਂ ਤੁਸੀਂ, ਅਗਰ ਤੁਹਾਨੂੰ ਉਹ ਖਾ ਲਏ ਤਾਂ ਤੁਸੀਂ ਨੋਟਿਸ ਕਰੋਗੇ ਕਿ ਤੁਸੀਂ ਜਿਹੜੇ ਸ਼ਿਕਾਰ ਹੋਏ ਹੋ, ਖਾਧੇ ਗਏ ਹੋ ਕਿਹਦੇ ਦੁਆਰਾ? ਇੱਕ ਬੰਗਾਲ ਦੇ ਟਾਈਗਰ ਦੁਆਰਾ। ਦਿਸ ਇਜ਼ ਦਾ ਬੰਗਾਲ ਟਾਈਗਰ ਟੂ ਡਿਸਰਨ। ਇਹਦੇ ਕਰਕੇ ਕੀ ਹੋਏਗਾ ਕਿ ਤੁਸੀਂ ਪਹਿਚਾਣ ਪਾਓਗੇ, ਉਹਨੂੰ ਡਿਸਰਨ ਕਰ ਪਾਓਗੇ, ਡਿਸਟਿੰਗੁਇਸ਼ ਕਰ ਪਾਓਗੇ ਕਿ ਤੁਸੀਂ ਟਾਈਗਰ ਦੇ ਦੁਆਰਾ ਸ਼ਿਕਾਰ ਹੋਏ ਹੋ। If strolling forth a beast you view, whose hide with spots is peppered, as soon as he has leapt on you, you will know it's the leopard. 'Twill do you no good to roar with pain, he will only lap and lap again. ਅਗਰ ਤੁਸੀਂ ਥੋੜ੍ਹਾ ਅੱਗੇ ਵਧੋਗੇ, ਸਟਰੋਲ ਅੱਗੇ ਕਰੋਗੇ, ਬੀਸਟ ਯੂ ਵਿਊ, ਅਗਰ ਤੁਹਾਡੇ ਸਾਹਮਣੇ ਕੋਈ ਬੀਸਟ ਆਏਗਾ, ਤੁਸੀਂ ਦੇਖੋ ਕਿਸੇ ਬੀਸਟ ਨੂੰ, ਅਤੇ ਜਿਹਦੀ ਸਕਿਨ ਦੇ ਉੱਪਰ ਛੋਟੀਆਂ ਛੋਟੀਆਂ ਸਪੋਟਸ ਹੋਣਗੀਆਂ, ਧੱਬੇ ਹੋਣਗੇ ਬਲੈਕ ਕਲਰ ਦੇ। ਇਸ ਪੈਪਰਡ ਕੀ ਹੁੰਦਾ? ਲਿਪਟਣਾ। ਐਸ ਸੂਨ ਐਜ਼ ਹੀ ਲੈਪਟ ਔਨ ਯੂ, ਅਤੇ ਤੁਹਾਨੂੰ ਦੇਖਦੀ ਤੁਹਾਡੇ 'ਤੇ ਉਹ ਲਿਪਟ ਜਾਏਗਾ। ਯੂ ਵਿਲ ਨੋ ਇਟ ਇਜ਼ ਅ ਲੈਪਰਡ, ਤਾਂ ਤੁਹਾਨੂੰ ਪਤਾ ਲੱਗੇਗਾ ਇਹ ਕੀ ਹੈ? ਲੈਪਰਡ ਹੈ। ਲੈਪਰਡ ਕੀ ਹੁੰਦਾ? ਤੇਂਦੂਆ। ਟਵਿਲ ਡੂ ਨੋਟ ਗੋ ਗੁੱਡ ਟੂ ਰੋਰ ਵਿਦ ਪੇਨ, ਅਤੇ ਹੁਣ
ਪੇਨ ਦੇ ਵਿੱਚ, ਦਰਦ ਦੇ ਵਿੱਚ ਚੀਕਣ ਨਾਲ, ਕੁਰਾਹਣ ਦੇ ਨਾਲ ਕੋਈ ਫ਼ਰਕ ਨਹੀਂ ਹੋਏਗਾ, ਕੁਛ ਫ਼ਰਕ ਨਹੀਂ ਪਏਗਾ, ਕਿਉਂਕਿ ਤੁਹਾਡੇ 'ਤੇ ਉਹ ਬਾਰ-ਬਾਰ ਕੀ ਆ, ਉਹ ਲਿਪਟੇਗਾ ਉਹ। If when you are walking around your yard you meet a creature there who hugs you very very hard, be sure it is a bear. If you have any doubts, I guess he will give you just one more caress, thou to distinguish a beast of prey. ਹੁਣ ਜਿਹੜੀ ਰਾਈਟਰ ਆ, ਜਿਹੜੀ ਪੋਇਟੈਸ ਆ, ਉਹ ਗੱਲ ਕਰ ਰਹੀ ਹੈ ਬੀਅਰ ਬਾਰੇ। ਅਗਰ ਤੁਸੀਂ ਵੋਕ ਕਰ ਰਹੇ ਹੋ ਆਪਣੇ ਯਾਰਡ ਦੇ ਅਰਾਊਂਡ, ਤੁਸੀਂ ਇੱਕ ਕ੍ਰੀਏਚਰ ਨੂੰ ਮੀਟ ਕਰੋ, ਉਹ ਕ੍ਰੀਏਚਰ ਕੀ ਕਰੇਗਾ, ਤੁਹਾਨੂੰ ਬੜੀ ਟਾਈਟਲੀ ਤੁਹਾਨੂੰ ਹੱਗ ਕਰੇਗਾ, ਇੰਨੀ ਜ਼ਿਆਦਾ ਜ਼ੋਰ ਨਾਲ ਤੁਹਾਨੂੰ ਹੱਗ ਕਰੇਗਾ ਕਿ ਇਟ ਵਿਲ ਲੈਡ ਟੂ ਯੂ ਡੈਥ, ਤੁਹਾਡੀ ਕੀ ਉਹਦੇ ਨਾਲ ਮੌਤ ਹੋ ਜਾਏਗੀ। ਕਿਉਂਕਿ ਜਿਹੜੀ ਬੀਅਰ ਹੱਗ ਆ ਬਹੁਤ ਹੀ ਜ਼ਿਆਦਾ ਉਹਦੇ ਪਾਵਰਫੁਲ ਮਸਲਸ ਨਾਲ, ਅਗਰ ਕਿਸੇ ਹਿਊਮਨ ਨੂੰ ਹੱਗ ਕਰਦਾ ਤਾਂ ਬੜੀ ਮੁਸ਼ਕਿਲ ਹੀ ਕੋਈ ਉਸ ਤੋਂ ਬਚ ਪਾਉਂਦਾ। ਬੀ ਸ਼ੋਰ ਇਟ ਇਜ਼ ਅ ਬੀਅਰ, ਤਾਂ ਤੁਹਾਨੂੰ ਪਤਾ ਲੱਗੇਗਾ ਇਹ ਕੀ ਹੈ, ਬੀਅਰ ਹੈ। ਇਫ ਯੂ ਹੈਵ ਐਨੀ ਡਾਊਟਸ, ਅਗਰ ਤੁਹਾਡੇ ਨਾਲ ਕੋਈ ਮਾਈਂਡ 'ਚ ਕੋਈ ਡਾਊਟ ਹੈ, ਆਈ ਗੈਸ ਹੀ ਵਿਲ ਗਿਵ ਯੂ ਜਸਟ ਵਨ ਮੋਰ ਕੇਅਰੈਸ, ਅਗਰ ਤੁਹਾਨੂੰ ਮਾਈਂਡ 'ਚ ਇਹ ਡਾਊਟ ਆ ਕਿ ਬੀਅਰ ਹੈਗਾ ਕਿ ਨਹੀਂ, ਤਾਂ ਤੁਹਾਨੂੰ ਇਹ ਹੋਰ ਉਹ ਜੈਂਟਲ ਟੱਚ ਕਰੇਗਾ, ਤੁਹਾਨੂੰ ਇੱਕ ਹੋਰ ਕੇਅਰੈਸ ਤੁਹਾਨੂੰ ਦੇਗਾ। ਦਾਊ ਟੂ ਡਿਸਟਿੰਗੁਇਸ਼ ਬੀਸਟ ਆਫ ਪ੍ਰੇ, ਅਤੇ ਇਸ ਤਰੀਕੇ ਨਾਲ ਤੁਸੀਂ ਫ਼ਰਕ ਕਰ ਪਾਓਗੇ ਕਿ ਤੁਸੀਂ ਕਿਸ ਐਨੀਮਲ ਦਾ ਸ਼ਿਕਾਰ ਹੋਏ ਹੋ। Thou to distinguish a beast of prey, a novice might nonplus. The crocodile you always may tell from the hyena, thus hyena come with merry smiles, but if they weep, they are crocodiles. ਹੁਣ ਰਾਈਟਰ ਗੱਲ ਕਰ ਰਿਹਾ ਹੈ ਕਿ ਅਗਰ ਜਿਹੜਾ ਕੋਈ ਨਵਾਂ ਵਾ ਇਸ ਫੀਲਡ ਦੇ ਵਿੱਚ, ਨੋਵਿਸ ਮੀਨ ਨਵਾਂ, ਨੌਨ ਪਲੱਸ ਹੁੰਦਾ ਕਨਫਿਊਜ਼ਿੰਗ, ਅਗਰ ਕੋਈ ਨਵਾਂ ਇਸ ਫੀਲਡ ਦੇ ਵਿੱਚ ਆ ਤਾਂ ਉਹਨੂੰ ਪਤਾ ਨਹੀਂ ਲੱਗ ਪਾ ਰਿਹਾ ਕਿ ਉਹ ਕਿਸ ਵਾਈਲਡ ਐਨੀਮਲਸ ਦਾ ਫ਼ਰਕ ਕਿਵੇਂ ਕਰੇਗਾ, ਤਾਂ ਬੜਾ ਸਿੰਪਲ ਤਰੀਕਾ ਰਾਈਟਰ ਨੇ ਦੱਸਿਆ, ਪੋਇਟਸ ਨੇ ਦੱਸਿਆ। ਦ crocodile you always may tell from the hyena, thus hyenas come with merry smiles, but if they weep, they are crocodiles. ਹਾਈਨਾ ਅਤੇ crocodiles ਦਾ discern ਦੱਸਣ ਵਾਸਤੇ, ਉਹਨੂੰ ਵੱਖਰਾ ਦੱਸਣ ਵਾਸਤੇ ਪੋਇਟਸ ਨੇ ਕਿਹਾ ਕਿ ਜਿਹੜੇ crocodile ਅਤੇ ਹਾਈਨਾ ਅਗਰ ਦੋਨੋਂ ਤੁਹਾਡੇ 'ਤੇ ਅਟੈਕ ਕਰਨ, ਹਾਈਨਾ ਕੀ ਕਰਦੇ ਆ, ਅਟੈਕ ਕਰਨ ਤੋਂ ਬਾਅਦ ਕੀ ਸਮਾਈਲ ਕਰਦੇ ਆ, ਤੁਹਾਡੇ ਵੱਲ ਸਮਾਈਲ ਕਰਦੇ ਹੋਏ ਨਜ਼ਰ ਆਉਣਗੇ, ਲੇਕਿਨ ਜਿਹੜੇ crocodile ਉਹ ਕੀ ਵੀਪ ਕਰਦੇ ਆ, ਰੋਂਦੇ ਨਜ਼ਰ ਆਉਣਗੇ। ਤੁਸੀਂ ਡਿਸਟਿੰਗੁਇਸ਼ ਕਰ ਪਾਓਗੇ ਕਿ ਤੁਸੀਂ ਹਾਈਨਾ ਦੇ ਦੁਆਰਾ ਅਟੈਕ ਹੋਏ ਹੋ ਜਾਂ ਤੁਸੀਂ crocodiles ਦੇ ਦੁਆਰਾ ਅਟੈਕਡ ਹੋਏ ਹੋ। The last stanza is, the true chameleon is small, a lizard sort of thing. He has not any ears at all, and let not a single wing. If there is a nothing on the tree, this is the chameleon you see. ਹੁਣ ਇੱਥੇ ਪੋਇਟਸ ਗੱਲ ਕਰ ਰਹੀ ਹੈ ਚਮੇਲੀਅਨ ਦੀ, ਗਿਰਗਿਟ ਦੀ, ਕਿ ਚਮੇਲੀਅਨ ਗਿਰਗਿਟ ਬਹੁਤ ਸਮਾਲ ਹੁੰਦਾ, ਇੱਕ ਲੀਜ਼ਰਡ ਦੀ ਤਰ੍ਹਾਂ ਹੁੰਦਾ, ਛਿਪਕਲੀ ਦੀ ਤਰ੍ਹਾਂ ਹੁੰਦਾ। ਹੀ ਹੈਜ਼ ਨੋਟ ਐਨੀ ਈਅਰਸ ਐਟ ਆਲ, ਉਹਦੇ ਈਅਰਸ ਵੀ ਨਹੀਂ ਹੁੰਦੇ, ਨੋਟ ਅ ਸਿੰਗਲ ਵਿੰਗ, ਅਤੇ ਉਹਦੇ ਖੰਭ ਵੀ ਨਹੀਂ ਹੁੰਦੇ, ਪੰਖ ਵੀ ਨਹੀਂ ਉਹਦੇ ਨਹੀਂ ਹੁੰਦੇ। ਇਫ ਦੇਰ ਇਜ਼ ਅ ਨਥਿੰਗ ਔਨ ਦ ਟਰੀ, ਅਗਰ ਤੁਹਾਨੂੰ ਨਜ਼ਰ ਕੁਛ ਨਾ ਆਵੇ ਟਰੀ ਦੇ ਉੱਤੇ, ਤਾਂ ਤੁਸੀਂ ਸਮਝ ਲਿਓ ਕਿ ਤੁਸੀਂ ਕੀ ਹੈ, ਚਮੇਲੀਅਨ ਨੂੰ ਤੁਸੀਂ ਦੇਖਿਆ ਹੋਇਆ। ਸੋ ਇਟ ਵਾਜ਼ ਅ ਹਿਊਮਰਸ ਪੋਇਮ, ਇੱਕ ਫਨੀ ਪੋਇਮ ਹੈ, ਇੱਕ ਵੱਖਰਾ ਤਰੀਕਾ ਜਿਹੜੀ ਪੋਇਟਸ ਨੇ ਦੱਸਿਆ ਪੋਇਮ ਦੇ ਵਿੱਚ, ਅਸੀਂ ਕਿਵੇਂ ਵਾਈਲਡ ਐਨੀਮਲ ਨੂੰ ਸਭ ਡਿਸਟਿੰਗੁਇਸ਼ ਕਰ ਪਾਵਾਂਗੇ। ਸੋ ਇਟ ਵਾਜ਼ ਅ ਸਿੰਪਲ ਪੋਇਮ। ਅਗਰ ਤੁਹਾਨੂੰ ਕੋਈ ਵੀ ਡਾਊਟ ਹੈ, ਇਫ ਯੂ ਆਰ ਫਾਈਂਡਿੰਗ ਐਨੀ ਡਾਊਟ ਵਿਦ ਦ ਪੋਇਮ, you are welcome, you can ask me in your respective groups.